सतनाम श्री वाहिगुरु साहिब जी। दंडौत बंदन अनेक बार सर्व कला समरथ। डोलन ते राखो प्रभु नानक दे कर हथ। तेरे कवन कवन गुण कह गावा तू साहिब गुणी निधाना। तुमरी महिमा बरन न साको तू ठाकुर ऊच भगवाना। ज्ञान ध्यान किछ कर्म न जाना सार न जाना तेरी। सब ते वड्डा सतगुरु नानक जिन कल राखी मेरी। सतनाम श्री वाहिगुरु साहिब जी। महला पहला। पंड जमिए पंड निमिए पंड मंगन भी आओ। पंडो होवे दोस्ती पंडो चले राओ। पंड जमिए पंड निमिए पंड मंगन वे आओ। पंडो होवे दोस्ती पंडो चले राओ। पंड मुआ पंड बालिए पंड होवे बंधान। सो क्यों मंदा आखिए जित जमै राजान। पंडो ही पंड उपजै पंडे बाज न कोय। नानक पंडे बारा एको सच्चा सोए। जित मुख सदा सलाहिए पागा रती चार। नानक ते मुख उजले तित सच्चे दरबार। पौड़ी सबको आखे अपना जिस नाही सोचुन कढिए। कीता आपो अपना आपे ही लेखा संडिए। जा रहना नाही ऐत जग ता कायत गारब हंडिए। मंदा किसे न आखिए पढ़ अखर एहो बुझिए। मूर्ख नाल ना लुझिए मूर्ख नाल ना लुझिए। वाहिगुरु जी का खालसा वाहिगुरु जी की फतेह। जुगो जुग अटल धन धन सतगुरु श्री गुरु ग्रंथ साहिब महाराज जी की पावन हजूरी च विराजमान गुरु की साध संगत। सतगुरां दा कोटान कोट शुकराना है जिन्हों ने बख्शिश करके सत्संगत दियां ये कड़ियां सानू बख्शियां ने। आओ अपनी मनोवृत्तियां नू एकाग्र करिए गुरचरना नाल जोड़िए। सारे एक बारी प्रेम नाल आखो सतनाम श्री वाहिगुरु। धन धन सतगुरु श्री गुरु नानक देव महाराज जी की महान बाणी। आशा की वार की चल रही लड़ीवार विचार विच पिछले हफ्ते 19वीं पौड़ी तो पहला जिहड़ा पहला श्लोक है उस दी विचार आपां सांझी कीती सी। अज अपने दूजे श्लोक अते पौड़ी का पाठ सरवण किया है। सतगुरां ने बख्शिश करके जो ज्ञान इस बाणी भी सानू दिता है साडे मनां दे बड़े भुलेखे वो दूर करता है। संसार दे विच अते विशेष तौर ते साडे देश दे विच जो कुछ ऐसियां परंपरावां कुछ ऐसे भरम लोगों के मन में सन जिन्हां दे करके समाज दे विच छुआछूत ऊंच नीच दे भेद पैदा होए। सतगुरां ने उन्हां दी बड़े
ਚੰਗੇ ਤਰੀਕੇ ਦੇ ਨਾਲ ਨਿਖੇਧੀ ਵੀ ਕੀਤੀ ਹੈ ਅਤੇ ਸਮਝਾਇਆ ਵੀ ਹੈ ਉਹਨਾਂ ਤੋਂ ਬਚਣਾ ਕਿਵੇਂ ਹੈ। ਪਿਛਲੇ ਸ਼ਲੋਕ ਦੇ ਵਿੱਚ ਸਤਿਗੁਰਾਂ ਨੇ ਉਹਨਾਂ ਲੋਕਾਂ ਬਾਰੇ ਕਿਹਾ ਜਿਹੜੇ ਕਿ ਇਸ਼ਨਾਨ ਕਰਕੇ ਚੌਕਾ ਲਿਪ ਕੇ ਉਸ ਨੂੰ ਸੁੱਚਾ ਮੰਨਦੇ ਨੇ। ਸੁੱਚਾ ਭੋਜਨ ਸੁੱਚੇ ਲੋਕਾਂ ਦੁਆਰਾ ਤਿਆਰ ਕੀਤਾ ਹੋਇਆ ਖਾ ਕੇ ਉਹਨਾਂ ਦੇ ਮਨ ਦੇ ਵਿੱਚ ਇਹ ਵਹਿਮ ਹੈ ਕਿ ਸਾਡਾ ਮੂੰਹ ਵੀ ਸੁੱਚਾ ਹੈ ਅਤੇ ਸਾਡਾ ਤਨ ਵੀ ਸੁੱਚਾ ਹੈ। ਪਰ ਮਹਾਰਾਜ ਕਹਿੰਦੇ ਨੇ ਕਿ ਨਹਾਉਣ ਦੇ ਨਾਲ ਜਾਂ ਚੰਗੇ ਤਰੀਕੇ ਦੇ ਨਾਲ ਭੋਜਨ ਬਣਾਉਣ ਦੇ ਨਾਲ ਨਾ ਮੂੰਹ ਸੁੱਚਾ ਹੁੰਦਾ ਹੈ ਨਾ ਤਨ ਸੁੱਚਾ ਹੁੰਦਾ ਹੈ। ਮਹਾਰਾਜ ਤੇ ਕਹਿੰਦੇ ਨੇ ਜਿਹੜੇ ਆਪਣੇ ਇਸ ਮੁਖ ਤੋਂ ਉਸ ਅਕਾਲ ਪੁਰਖ ਦਾ ਨਾਮ ਨਹੀਂ ਜਪਦੇ, ਜਿਨ੍ਹਾਂ ਨੇ ਇਸ ਸਰੀਰ ਵਿੱਚ ਰਹਿੰਦਿਆਂ ਉਸ ਅਕਾਲ ਪੁਰਖ ਨੂੰ ਯਾਦ ਨਹੀਂ ਕੀਤਾ, ਜੋ ਦਾਤਾਂ ਉਹ ਦੇ ਰਿਹਾ ਹੈ ਉਹਨਾਂ ਦਾਤਾਂ ਵਾਸਤੇ ਉਸ ਦਾ ਸ਼ੁਕਰਾਨਾ ਨਹੀਂ ਕੀਤਾ, ਤੇ ਫਿਰ ਮਹਾਰਾਜ ਕਹਿੰਦੇ ਨੇ ਪਵਿੱਤਰ ਹੋਣ ਦੀ ਥਾਂ ਇਹੋ ਸਮਝ ਲਓ ਜਿਵੇਂ ਉਹਨਾਂ ਦੇ ਮੁਖ 'ਤੇ ਥੁੱਕਾਂ ਪੈ ਰਹੀਆਂ ਨੇ, ਉਹਨਾਂ ਦੇ ਮੂੰਹ 'ਤੇ ਫਟਕਾਰਾਂ ਪੈ ਰਹੀਆਂ ਨੇ। ਮਹਾਰਾਜ ਨੇ ਅਖੀਰਲੀ ਪੰਕਤੀ ਵਿੱਚ ਬਖਸ਼ਿਸ਼ ਕੀਤੀ ਸੀ ਕਿ ਜਿਤ ਮੁਖ ਨਾਮ ਨਾ ਉਚਰੈ ਬਿਨ ਨਾਮੈ ਰਸ ਖਾਏ, ਨਾਨਕ ਐਵੇਂ ਜਾਣੀਐ ਤਿਤ ਮੁਖ ਥੁੱਕਾ ਪਾਏ। ਇਹ ਸਾਰ ਸੀ। ਮਹਾਰਾਜ ਦਾ ਹੁਕਮ ਹੈ ਅਸੀਂ ਉਸ ਅਕਾਲ ਪੁਰਖ ਦਾ ਸ਼ੁਕਰਾਨਾ ਕਰੀਏ ਜੋ ਕੁਝ ਉਹ ਸਾਨੂੰ ਦੇ ਰਿਹਾ ਹੈ। ਜਿਸ ਮੂੰਹ ਨਾਲ ਅਸੀਂ ਖਾ ਰਹੇ ਹਾਂ, ਜਿਸ ਸਰੀਰ 'ਤੇ ਅਸੀਂ ਕੱਪੜੇ ਪਾ ਰਹੇ ਹਾਂ, ਜਿਸਨੇ ਵੀ ਸੁੱਖ ਸੁਵਿਧਾ ਦੇ ਸਾਡੇ ਕੋਲ ਸਾਧਨ ਨੇ, ਉਹ ਸਾਰੇ ਉਸ ਅਕਾਲ ਪੁਰਖ ਦੇ ਦਿੱਤੇ ਹੋਏ ਨੇ। ਅਤੇ ਜੇ ਅਸੀਂ ਉਸ ਦੀ ਦਿੱਤੀ ਹੋਈ ਵਸਤੂਆਂ ਦਾ, ਉਸ ਦੀ ਦਿੱਤੀਆਂ ਹੋਈਆਂ ਦਾਤਾਂ ਦਾ ਸ਼ੁਕਰਾਨਾ ਨਹੀਂ ਕਰਦੇ ਤੇ ਫਿਰ ਅਸੀਂ ਅਕਿਰਤਕਾਂ ਦੀ ਗਿਣਤੀ ਵਿੱਚ ਆ ਜਾਂਦੇ ਹਾਂ। ਮਹਾਰਾਜ ਕਹਿੰਦੇ ਨੇ ਫਿਰ ਉਹ ਨਾ ਮੁਖ ਪਵਿੱਤਰ ਹੈ ਨਾ ਉਹ ਸਰੀਰ ਪਵਿੱਤਰ ਹੈ। ਅੱਜ ਦੇ ਸ਼ਲੋਕ ਦੇ ਵਿੱਚ ਸਤਿਗੁਰਾਂ ਨੇ ਇੱਕ ਹੋਰ ਇਹੋ ਜਿਹਾ ਵਿਸ਼ਾ ਲਿਆ ਹੈ ਜਿਹੜਾ ਕਿ ਸਾਡੇ ਸਮਾਜ ਦੇ ਅੱਧੇ ਹਿੱਸੇ ਵਾਸਤੇ, ਇਸਤਰੀ ਜਾਤੀ ਵਾਸਤੇ ਇੱਕ ਬਹੁਤ ਵੱਡਾ ਮਹਾਰਾਜ ਨੇ ਬਦਲਾਅ ਲਿਆਉਣ ਦੀ ਯਤਨ ਕੀਤਾ ਹੈ ਅਤੇ ਲਿਆਏ ਵੀ ਨੇ। ਸਤਿਗੁਰਾਂ ਨੇ ਜੋ ਜੋ ਦੇਖਿਆ ਸਮਾਜ ਦੇ ਵਿੱਚ ਕੀ ਕੀ ਹੋ ਰਿਹਾ ਹੈ ਉਸ ਨੂੰ ਸੁਧਾਰਨ ਦਾ ਯਤਨ ਕੀਤਾ ਹੈ ਅਤੇ ਵਿਸ਼ੇਸ਼ ਤੌਰ 'ਤੇ ਆਪਣੇ ਸਿੱਖਾਂ ਨੂੰ ਹੁਕਮ ਕੀਤਾ ਹੈ ਇਹਨਾਂ ਭੁਲੇਖਿਆਂ ਤੋਂ, ਪਾਏ ਗਏ ਭਰਮਾਂ ਤੋਂ ਅਸੀਂ ਬਚ ਕੇ ਰਹਿਣਾ ਹੈ। ਇਸ ਸਲੋਕ ਵਿੱਚ ਸਤਿਗੁਰਾਂ ਨੇ ਇਸਤਰੀ ਜਾਤੀ ਦੇ ਬਾਰੇ ਜੋ ਕੁਝ ਪਹਿਲਾਂ ਹੁੰਦਾ ਰਿਹਾ ਹੈ ਉਸ ਨੂੰ ਵੇਖ ਕੇ ਮਹਾਰਾਜ ਨੇ ਕਿਹਾ ਹੈ ਕਿ ਇਸਤਰੀ ਜਾਤੀ ਨੂੰ ਨਿੰਦਿਆ ਗਿਆ ਹੈ, ਪਰ ਉਹਨਾਂ ਨੂੰ ਇਸ ਗੱਲ ਦਾ ਨਹੀਂ ਪਤਾ ਜਿਹੜੇ ਉਸ ਦੀ ਨਿੰਦਾ ਕਰ ਰਹੇ ਨੇ ਉਹ ਆਪ ਹੀ ਉਸ ਤੋਂ ਉਤਪੰਨ ਹੋਏ ਨੇ, ਆਪ ਹੀ ਉਸ ਤੋਂ ਪੈਦਾ ਹੋਏ ਨੇ। ਜੇ ਇਸਤਰੀ ਨਾ ਹੋਵੇ ਤੇ ਸੰਸਾਰ ਹੀ ਨਾ ਹੋਵੇ। ਇਹ ਬੜਾ ਕ੍ਰਾਂਤੀਕਾਰੀ ਇੱਕ ਕਦਮ ਮਹਾਰਾਜ ਨੇ ਸਮਾਜ ਦੇ ਵਾਸਤੇ ਚੁੱਕਿਆ। ਇਸਤਰੀ ਨੂੰ ਸਨਮਾਨ ਦੇਣ ਵਾਸਤੇ, ਇਸਤਰੀ ਨੂੰ ਇਸ ਸਮਾਜ ਦੇ ਵਿੱਚ ਬਰਾਬਰ ਦਾ ਦਰਜਾ ਦੇਣ ਵਾਸਤੇ, ਭਾਵੇਂ ਹੁਣ ਲੋਕੀ ਇਕੁਐਲਿਟੀ ਦੀ ਗੱਲ ਕਰਦੇ ਨੇ, ਬਰਾਬਰੀ ਦੀ ਗੱਲ ਕਰਦੇ ਨੇ, ਪਰ ਇਹ ਮਾਨਸਿਕਤਾ ਅਜੇ ਵੀ ਨਹੀਂ ਬਦਲੀ ਲੋਕਾਂ ਦੀ, ਅਜੇ ਵੀ ਉੱਥੇ ਹੀ ਹੈ। ਪੁਰਾਤਨ ਸਮੇਂ ਦੇ ਵਿੱਚ ਇਸਤਰੀ ਨੂੰ ਬੜਾ ਨਿੰਦਿਆ ਗਿਆ, ਇੱਥੋਂ ਤੱਕ ਕਿ ਬੜੇ ਬੜੇ ਵੱਡੇ ਵਿਦਵਾਨ ਸਨਾਤਨ ਧਰਮ ਦੇ, ਜਿਨ੍ਹਾਂ ਨੇ ਆਪਣੇ ਗ੍ਰੰਥਾਂ ਦੇ ਵਿੱਚ ਇੱਥੋਂ ਤੱਕ ਲਿਖ ਦਿੱਤਾ ਕਿ ਢੋਰ ਗਵਾਰ ਸ਼ੂਦਰ ਪਸ਼ੂ ਨਾਰੀ ਇਹ ਸਭ ਤਾੜਨ ਕੇ ਅਧਿਕਾਰੀ। ਅਤੇ ਮੈਨੂੰ ਕਹਿਣ ਵੀ ਕੋਈ ਹਰਜ ਨਹੀਂ, ਤੁਲਸੀਦਾਸ ਦੇ ਬਚਨ ਨੇ ਇਸ ਦਾ ਅਰਥ ਪਸ਼ੂ, ਗਵਾਰ ਅਤੇ ਸ਼ੂਦਰ
ਅਤੇ ਨਾਲ ਫਿਰ ਨਾਰੀ। ਕਹਿੰਦੇ ਇਹ ਜਿਹੜੇ ਨੇ ਇਹ ਹਮੇਸ਼ਾ ਹੀ ਦਬਾ ਕੇ ਰੱਖਣ ਦੇ ਯੋਗ ਨੇ, ਤਾੜਨਾ ਦੇ ਯੋਗ ਨੇ। ਕੁਝ ਵਿਦਵਾਨਾਂ ਨੇ ਤੇ ਇੱਥੋਂ ਤੱਕ ਕਹਿ ਦਿੱਤਾ ਇਸਤਰੀ ਜਿਹੜੀ ਹੈ ਅਕਾਲ ਪੁਰਖ ਦੀ, ਭਗਵਾਨ ਦੀ ਇੱਕ ਖੂਬਸੂਰਤ ਗਲਤੀ ਹੈ। ਕਈਆਂ ਨੂੰ ਇਸਤਰੀ ਨੂੰ ਨਰਕ ਦੁਆਰੀ ਕਹਿ ਦਿੱਤਾ। ਜਦੋਂ ਮਹਾਰਾਜ ਨੇ ਇਹ ਗੱਲਾਂ ਸੁਣੀਆਂ, ਇਹ ਕੁਝ ਵੇਖਿਆ, ਉਹਨਾਂ ਨੂੰ ਲੱਗਾ ਕਿ ਇਹ ਤੇ ਬਹੁਤ ਜ਼ਿਆਦਾ ਅਨਿਆਏ ਹੋ ਰਿਹਾ ਹੈ। ਜਿਹੜੀ ਜਨਨੀ ਹੈ, ਜਿਹੜੀ ਸਾਰਿਆਂ ਨੂੰ ਜਨਮ ਦੇ ਰਹੀ ਹੈ, ਉਸ ਨੂੰ ਨਿੰਦਣਾ ਕਿਸੇ ਵੀ ਤਰੀਕੇ ਦੇ ਨਾਲ ਠੀਕ ਨਹੀਂ। ਸੋ ਸਤਿਗੁਰਾਂ ਨੇ ਬਖਸ਼ਿਸ਼ ਕਰਕੇ ਫਿਰ ਉਪਦੇਸ਼ ਦਿੱਤਾ, ਕਿਸ ਦੀ ਤੁਸੀਂ ਨਿੰਦਾ ਕਰਦੇ ਹੋ? ਜਿਹੜੀ ਤੁਹਾਨੂੰ ਉਤਪੰਨ ਕਰ ਰਹੀ ਹੈ, ਜਨਮ ਦੇ ਰਹੀ ਹੈ। ਭੰਡ ਜਮੀਐ ਭੰਡ ਨਿਮੀਐ ਭੰਡ ਮੰਗਨ ਵੇ ਆਓ। ਭੰਡ ਦਾ ਅਰਥ ਇੱਥੇ ਇਸਤਰੀ ਹੈ। ਮਹਾਰਾਜ ਕਹਿੰਦੇ ਨੇ ਇਸਤਰੀ ਦੇ ਉਦਰ ਦੇ ਵਿੱਚ ਹੀ ਤੁਹਾਡੇ ਸਰੀਰ ਦੀ ਬਣਤਰ ਹੁੰਦੀ ਹੈ, ਨਿਮਿਆ ਜਾਂਦਾ ਹੈ। ਫਿਰ ਇਸਤਰੀ ਦੇ ਸਰੀਰ ਤੋਂ ਹੀ ਤੁਹਾਡਾ ਜਨਮ ਹੁੰਦਾ ਹੈ। ਵੱਡੇ ਹੋਣ ਤੇ ਇਸਤਰੀ ਨਾਲ ਹੀ ਤੁਹਾਡੀ ਮੰਗਣੀ ਹੁੰਦੀ ਹੈ, ਇਸਤਰੀ ਨਾਲ ਹੀ ਤੁਹਾਡਾ ਵਿਆਹ ਹੁੰਦਾ ਹੈ। ਅਤੇ ਅੱਗੇ ਮਹਾਰਾਜ ਕਹਿੰਦੇ ਨੇ ਭੰਡੋ ਹੋਵੇ ਦੋਸਤੀ ਭੰਡੋ ਚੱਲੇ ਰਾਓ। ਇਸਤਰੀ ਦੇ ਨਾਲ ਹੀ ਸਾਰੇ ਸੰਬੰਧ ਬਣਦੇ ਨੇ। ਅੱਗੋਂ ਜਿਤਨੇ ਵੀ ਰਿਸ਼ਤੇ ਨੇ, ਜੇ ਨਜ਼ਰ ਮਾਰ ਕੇ ਦੇਖੋਗੇ, ਜੇ ਇਸਤਰੀ ਨਹੀਂ ਹੈ ਤਾਂ ਕੋਈ ਵੀ ਰਿਸ਼ਤਾ ਅੱਗੇ ਨਹੀਂ ਬਣਦਾ। ਜਿਤਨੇ ਵੀ ਸੰਬੰਧ ਨੇ, ਪਰਿਵਾਰਕ ਸੰਬੰਧ ਨੇ, ਸਾਖ ਸੰਬੰਧੀਆਂ ਦੇ ਨੇ, ਉਹ ਸਾਰੇ ਇਸਤਰੀ ਤੋਂ ਹੀ ਬਣਦੇ ਨੇ। ਅਤੇ ਇਸਤਰੀ ਤੋਂ ਹੀ ਅੱਗੇ, ਰਾਹੋ ਦਾ ਅਰਥ ਹੈ ਇਸਤਰੀ ਤੋਂ ਹੀ ਅੱਗੇ ਕੁੱਲ ਚੱਲਦੀ ਹੈ। ਅੱਗੇ ਮਨੁੱਖ ਦਾ ਜਿਹੜਾ ਪਰਿਵਾਰ ਹੈ ਅੱਗੇ ਤੁਰਦਾ ਹੈ। ਫਿਰ ਮਹਾਰਾਜ ਹੋਰ ਬਖਸ਼ਿਸ਼ ਕਰ ਰਹੇ ਨੇ, ਭੰਡ ਮੁਆ ਭੰਡ ਭਾਲੀਐ ਭੰਡ ਹੋਵੇ ਬੰਧਾਨ। ਸੋ ਕਿਉ ਮੰਦਾ ਆਖੀਐ ਜਿਤ ਜੰਮੈ ਰਾਜਾਨ। ਕਹਿੰਦੇ ਨੇ ਅਤੇ ਇੱਕ ਇਸਤਰੀ ਜਿਹੜੀ ਸਾਥਣ ਹੈ, ਪਤਨੀ ਹੈ, ਜੇ ਕਿਧਰੇ ਉਸ ਦੀ ਮ੍ਰਿਤਿੂ ਹੋ ਜਾਏ ਤੇ ਮਨੁੱਖ ਫਿਰ ਦੂਜੀ ਇਸਤਰੀ ਲੱਭਦਾ ਹੈ, ਕਿਉਂਕਿ ਇਕੱਲਾ ਜੀਵਨ ਬਿਤਾਉਣਾ ਉਸ ਦੇ ਵਾਸਤੇ ਬਹੁਤ ਔਖਾ ਹੈ। ਅਤੇ ਮਹਾਰਾਜ ਕਹਿੰਦੇ ਨੇ ਕਿ ਜਿਹੜੇ ਪਰਿਵਾਰ ਦੇ ਬੰਧਨ ਨੇ, ਜਿਹੜੇ ਪਰਿਵਾਰ ਦੇ ਸੰਬੰਧ ਨੇ, ਉਹ ਵੀ ਸਾਰੇ ਇਸਤਰੀ ਦੇ ਕਰਕੇ ਹੀ ਨੇ। ਫਿਰ ਜਿਸ ਇਸਤਰੀ ਨੇ ਤੁਹਾਨੂੰ ਪੈਦਾ ਕੀਤਾ ਹੈ, ਜਿਸ ਦੇ ਨਾਲ ਸਾਰੇ ਸੰਬੰਧ ਨੇ, ਰਿਸ਼ਤੇ ਨਾਤੇ ਨੇ, ਸਾਰਾ ਕੁਝ ਹੈ, ਉਸ ਨੂੰ ਕਿਉਂ ਨਿੰਦਾ ਕਰਦੇ ਹੋ ਉਸ ਦੀ? ਉਹ ਤੇ ਰਾਜਿਆਂ ਨੂੰ ਜਨਮ ਦੇ ਰਹੀ ਹੈ, ਮਹਾਂਪੁਰਖਾਂ ਨੂੰ ਜਨਮ ਦੇ ਰਹੀ ਹੈ। ਫਿਰ ਮਹਾਰਾਜ ਹੋਰ ਬਖਸ਼ਿਸ਼ ਕਰ ਰਹੇ ਨੇ, ਭੰਡੋ ਹੀ ਭੰਡ ਉਪਜੈ ਭੰਡੈ ਬਾਜ ਨਾ ਕੋਏ। ਕਹਿੰਦੇ ਨੇ ਇਸਤਰੀਆਂ ਤੋਂ ਹੀ ਇਸਤਰੀਆਂ ਉਤਪੰਨ ਹੁੰਦੀਆਂ ਨੇ, ਪੈਦਾ ਹੁੰਦੀਆਂ ਨੇ, ਅਤੇ ਬਿਨਾਂ ਇਸਤਰੀ ਤੋਂ ਕੋਈ ਇਹ ਸੰਸਾਰ ਵਿੱਚ ਜਨਮ ਵੀ ਨਹੀਂ ਲੈਂਦਾ। ਪਰ ਸੋਚਣ ਦੀ ਗੱਲ ਹੈ, ਇਸਤਰੀ ਨੂੰ ਜਨਮ ਦਿੰਦੀ ਹੈ, ਉਸ ਤੋਂ ਅੱਗੇ ਸੰਸਾਰ ਚੱਲਦਾ ਹੈ। ਪਰ ਸਮਾਜ ਦੇ ਵਿੱਚ ਐਸੀ ਭਾਵਨਾ ਬਣ ਗਈ, ਜਦੋਂ ਕਿਸੇ ਘਰ ਦੇ ਵਿੱਚ ਬੱਚੀ ਦਾ ਜਨਮ ਹੁੰਦਾ ਹੈ ਤੇ ਜਨਮ ਦੇਣ ਵਾਲੀ ਮਾਂ ਜਿਹੜੀ ਹੈ ਉਹ ਹੀ ਆਪ ਦੁਖੀ ਹੋ ਜਾਂਦੀ ਹੈ। ਪੁੱਤਰ ਦਾ ਜਨਮ ਹੋਏ ਤੇ ਖੁਸ਼ੀ ਹੈ, ਜੇ ਪੁੱਤਰੀ ਦਾ ਜਨਮ ਹੋਇਆ ਤੇ ਮਨ ਵਿੱਚ ਦੁੱਖ ਹੈ। ਕਿਹੋ ਜਿਹਾ ਭੁਲੇਖਾ ਹੈ। ਜਿੱਥੋਂ ਤੂੰ ਆਈ ਹੈ, ਜਿਸ ਨੇ ਅੱਗੇ ਸੰਸਾਰ ਨੂੰ ਚਲਾਉਣਾ ਹੈ, ਉਸ ਦੇ ਜਨਮ ਲੈਣ ਤੇ ਦੁਖੀ ਹੋਣ ਦਾ ਕੀ ਅਰਥ ਹੈ? ਇਹ ਸਿਰਫ ਇੱਕ ਮਨ ਦੇ ਵਿੱਚ ਭਰਮ ਹੈ, ਹੋਰ ਕੁਝ ਨਹੀਂ ਹੈ। ਪਰ ਮਹਾਰਾਜ ਕਹਿੰਦੇ ਨੇ ਕਿ ਇਹ ਸੰਸਾਰ ਦੇ ਵਿੱਚ ਕੋਈ ਵੀ ਇਹੋ ਜਿਹਾ ਨਹੀਂ ਹੈ ਜਿਹੜਾ ਕਿ ਇਸਤਰੀ ਤੋਂ ਬਿਨਾਂ ਪੈਦਾ ਹੋਇਆ ਹੋਵੇ। ਪਰ ਹਾਂ, ਇੱਕ ਹੈ, ਉਹ ਅਕਾਲ ਪੁਰਖ, ਜਿਸ ਨੇ ਕਿਸੇ ਤੋਂ ਜਨਮ ਨਹੀਂ ਲਿਆ, ਕਿਉਂਕਿ ਉਹ ਜਿਹੜਾ ਹੈ ਆਪਣੇ ਆਪ ਤੋਂ ਪ੍ਰਕਾਸ਼ਿਤ ਹੈ, ਆਪਣੇ ਆਪ ਤੋਂ ਉਤਪੰਨ ਹੈ, ਅਤੇ ਕੋਈ ਉਹਦੀ ਮਾਂ ਨਹੀਂ, ਕੋਈ ਉਸਦਾ ਬਾਪ ਨਹੀਂ, ਨਾ ਤਾਤ ਹੈ, ਨਾ ਮਾਤ ਹੈ, ਨਾ ਜਾਤ ਹੈ, ਨਾ ਪਾਤ ਹੈ। ਧੰਨ ਗੁਰੂ ਕਲਗੀਧਰ ਪਾਤਸ਼ਾਹ ਨੇ ਕਿਹਾ ਹੈ, ਤਾਤ ਮਾਤ ਨਾ जात जाकर जन्म मरण विहीन। वो एक अकाल पुरख ही ऐसा है
ਜਿਸ ਦੀ ਕੋਈ ਮਾਂ ਨਹੀਂ, ਜਿਸ ਦਾ ਕੋਈ ਪਿਓ ਨਹੀਂ, ਉਹ ਆਪ ਹੀ ਸਭਨਾਂ ਦਾ ਮਾਂ ਪਿਓ ਹੈ। ਹੁਣ ਸੋਚਣ ਦੀ ਗੱਲ ਹੈ, ਮਹਾਰਾਜ ਨੇ ਉਪਦੇਸ਼ ਦਿੱਤਾ ਹੈ, ਬਾਣੀ ਦੇ ਵਿੱਚ ਬੜੇ ਪ੍ਰਮਾਣ ਮਿਲਦੇ ਨੇ ਜਿੱਥੇ ਕਿ ਅਸੀਂ ਸਮਝ ਸਕਦੇ ਹਾਂ ਕਿ ਅਸਲ ਦੇ ਵਿੱਚ ਜਿਹੜੀ ਬਰਾਬਰੀ ਦੀ ਗੱਲ ਹੈ ਧੰਨ ਗੁਰੂ ਨਾਨਕ ਦੇਵ ਮਹਾਰਾਜ ਨੇ ਕੀਤੀ ਹੈ, ਗੁਰਬਾਣੀ ਨੇ ਕੀਤੀ ਹੈ। ਭਗਤ ਕਬੀਰ ਜੀ ਤੇ ਕਹਿੰਦੇ ਨੇ ਕਿ ਜਿਤਨੇ ਵੀ ਰੂਪ ਨੇ ਤੇਰੇ, ਭਾਵੇਂ ਔਰਤ ਹੈ ਭਾਵੇਂ ਮਰਦ ਹੈ, ਇਹ ਸਾਰੇ ਤੇਰੇ ਹੀ ਰੂਪ ਨੇ। ਏਤੇ ਔਰਤ ਮਰਦਾ ਸਾਜੇ, ਇਹ ਸਭ ਰੂਪ ਤੁਮਾਰੇ। ਅਤੇ ਦੇਖੋ ਮਹਾਰਾਜ ਨੇ ਕਿਤਨਾ ਮਾਣ ਦਿੱਤਾ ਹੈ ਇਸਤਰੀ ਨੂੰ। ਬਹੁਤ ਸਾਰੀ ਬਾਣੀ ਜਿਹੜੀ ਹੈ ਉਸ ਦੇ ਵਿੱਚ ਜਿਹੜੇ ਗੁਰਮੁਖ ਨੇ, ਜਿਹੜੇ ਕਿ ਪਰਮਾਤਮਾ ਨਾਲ ਜੁੜੇ ਹੋਏ ਨੇ, ਉਹਨਾਂ ਨੂੰ ਮਹਾਰਾਜ ਨੇ ਸੁਹਾਗਣ ਕਹਿ ਕੇ ਪੁਕਾਰਿਆ ਹੈ। ਉਹਨਾਂ ਨੂੰ ਕਿਹਾ ਹੈ ਕਿ ਉਹ ਪਤੀ ਪਰਮੇਸ਼ਵਰ ਦੀਆਂ ਸੁਹਾਗਣਾਂ ਨੇ। ਅਨੇਕਾਂ ਸ਼ਬਦ ਨੇ ਜਿਨ੍ਹਾਂ ਦੇ ਵਿੱਚ ਮਹਾਰਾਜ ਨੇ ਆਪਣੇ ਆਪ ਨੂੰ ਇਸਤਰੀ ਕਰਕੇ ਰੱਖਿਆ ਹੈ। ਅਤੇ ਮਹਾਰਾਜ ਤੇ ਕਹਿੰਦੇ ਨੇ ਕਿ ਇੱਕ ਅਕਾਲ ਪੁਰਖ ਹੀ ਜਿਹੜਾ ਹੈ ਉਹੀ ਪੁਰਖ ਹੈ, ਬਾਕੀ ਸਾਰੀਆਂ ਉਸ ਦੀਆਂ ਇਸਤਰੀਆਂ ਹੀ ਨੇ। ਮਹਾਰਾਜ ਨੇ ਜਗ ਥਾਂ ਥਾਂ ਦੇ ਉੱਤੇ ਸਾਨੂੰ ਇਹ ਜਿਹੜਾ ਉਪਦੇਸ਼ ਦਿੱਤਾ ਹੈ, ਕਿਤਨਾ ਸਨਮਾਨ ਹੋਣਾ ਚਾਹੀਦਾ ਹੈ ਇਸਤਰੀ ਦਾ। ਮਹਾਰਾਜ ਕਹਿੰਦੇ ਨੇ ਕਿ ਜਿਹੜੇ ਉਸ ਅਕਾਲ ਪੁਰਖ ਦੇ ਪਿਆਰੇ ਨੇ, ਇਉਂ ਜਾਣ ਲਓ ਉਸ ਦੀਆਂ ਸੁਹਾਗਣਾਂ ਨੇ। ਮਹਾਰਾਜ ਤੇ ਕਹਿੰਦੇ ਨੇ ਨਾਨਕ ਸੁਹਾਗਣ ਕੇ ਕਿਆ ਚਿੰਨ੍ਹ ਹੈ, ਅੰਦਰ ਸੱਚਮੁਖ ਉਜਲਾ ਖਸਮੈ ਮਾਏ ਸਮਾਏ। ਕਹਿੰਦੇ ਨੇ ਅਸਲ ਦੇ ਵਿੱਚ ਸੁਹਾਗਣਾ ਉਹ ਨੇ ਜਿਹੜੇ ਕਿ ਉਸ ਅਕਾਲ ਪੁਰਖ ਦੇ ਨਾਲ ਜੁੜੇ ਹੋਏ ਨੇ, ਜਿਹੜੇ ਕਿ ਉਸ ਅਕਾਲ ਪੁਰਖ ਨੂੰ ਆਪਣਾ ਪਤੀ ਪਰਮੇਸ਼ਵਰ ਮੰਨਦੇ ਨੇ। ਅਤੇ ਕਈ ਜਗ੍ਹਾ 'ਤੇ ਮਹਾਰਾਜ ਨੇ ਇਹ ਵੀ ਹੁਕਮ ਕੀਤਾ ਹੈ ਕਿ ਜਿਹੜੀਆਂ ਇਸਤਰੀਆਂ ਰੂਪੀ ਜਿਹੜੇ ਗੁਰਮੁਖ ਨੇ, ਜਿਹੜੇ ਪਰਮਾਤਮਾ ਨੂੰ ਮਿਲਣਾ ਚਾਹੁੰਦੇ ਨੇ ਪਰ ਸਮਝ ਨਹੀਂ ਪੈਂਦੀ, ਉਹਨਾਂ ਵਾਸਤੇ ਇਹ ਮਹਾਰਾਜ ਨੇ ਉਪਦੇਸ਼ ਕੀਤਾ ਹੈ ਕਿ ਉਹਨਾਂ ਤੋਂ ਪੁੱਛੋ। ਉਹ ਜਿਹੜੀਆਂ ਸੁਹਾਗਣਾ ਰੂਪੀ ਗੁਰਮੁਖ ਨੇ ਜਿਹੜੇ ਕਿ ਉੱਥੇ ਪੁੱਛ ਚੁੱਕੇ ਨੇ। ਮਹਾਰਾਜ ਕਹਿੰਦੇ ਨੇ ਜਾਏ ਪੁੱਛੋ ਸੁਹਾਗਣੀ, ਤੁਸੀਂ ਰਾਵਿਆ ਕਿਨੀ ਗੁਣੀ। ਫਿਰ ਆਪ ਹੀ ਉੱਤਰ ਦਿੰਦੇ ਨੇ ਸਹਿਜ ਸੰਤੋਖ ਸਿੰਗਾਰਿਆ ਮਿੱਠਾ ਬੋਲਨੀ। ਕਹਿੰਦੇ ਨੇ ਇਹ ਉਹਨਾਂ ਗੁਰਮੁਖਾਂ ਦੇ ਗੁਣ ਨੇ ਜਿਹੜੇ ਕਿ ਪਰਮਾਤਮਾ ਤੱਕ ਉਪੜ ਚੁੱਕੇ ਨੇ। ਅਤੇ ਮਹਾਰਾਜ ਨੇ ਤੇ ਜਿੱਥੇ ਪਿਤਾ ਨੂੰ ਧਨਤਾ ਯੋਗ ਆਖਿਆ ਹੈ, ਜਿੱਥੇ ਕੁਲ ਨੂੰ ਧਨਤਾ ਯੋਗ ਆਖਿਆ ਹੈ, ਉੱਥੇ ਨਾਲ ਹੀ ਮਾਤਾ ਨੂੰ ਵੀ ਧਨਤਾ ਯੋਗ ਆਖਿਆ ਹੈ। ਜਿਹੜੀ ਜਨਨੀ ਗੁਰੂ ਨੂੰ ਜਨਮ ਦੇ ਰਹੀ ਹੈ, ਜਿਹੜੀ ਜਨਨੀ ਸੰਤਾਂ ਨੂੰ, ਮਹਾਂਪੁਰਖਾਂ ਨੂੰ ਜਨਮ ਦੇ ਰਹੀ ਹੈ, ਉਹ ਹਮੇਸ਼ਾ ਹੀ ਸਤਿਕਾਰਯੋਗ ਹੈ। ਮਹਾਰਾਜ ਕਹਿੰਦੇ ਨੇ ਧਨ ਧਨ ਪਿਤਾ, ਧਨ ਧਨ ਕੁਲ, ਧਨ ਧਨ ਸੁਜਨਨੀ, ਜਿਨ ਗੁਰ ਜਣਿਆ ਮਾਏ। ਅਤੇ ਜੇ ਅਸੀਂ ਇਤਿਹਾਸ ਦੇਖੀਏ ਆਪਣਾ, ਸਾਡੇ ਇਤਿਹਾਸ ਦੇ ਵਿੱਚ ਕਿਤਨਾ ਸਨਮਾਨ ਹੋਇਆ ਹੈ ਇਸਤਰੀ ਜਾਤੀ ਦਾ। ਆਰੰਭ ਕਰ ਲਈਏ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਤੋਂ। ਅਸਲ ਦੇ ਵਿੱਚ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਪਹਿਲੀ ਸਿੱਖ ਉਹਨਾਂ ਦੀ ਆਪਣੀ ਭੈਣ ਬੇਬੇ ਨਾਨਕੀ ਹੀ ਸੀ। ਇਤਿਹਾਸ ਵਿੱਚ ਲਿਖਿਆ ਹੈ ਜਦੋਂ ਸਤਿਗੁਰੂ ਜੀ ਸੁਲਤਾਨਪੁਰ ਗਏ ਨੇ ਬੇਬੇ ਨਾਨਕੀ ਜੀ ਦੇ ਕੋਲ, ਜਦੋਂ ਬੇਬੇ ਜੀ ਨੇ ਬੂਹਾ ਖੋਲ੍ਹਿਆ ਹੈ, ਅੱਗੇ ਦੇਖ ਕੇ ਗੁਰੂ ਸਾਹਿਬ ਨੂੰ ਉਹਨਾਂ ਦੇ ਚਰਨਾਂ 'ਤੇ ਸਿਰ ਝੁਕਾ ਦਿੱਤਾ। ਹੁਣ ਬੇਬੇ ਨਾਨਕੀ ਜੀ ਉਮਰ ਵਿੱਚ ਤੇ ਗੁਰੂ ਸਾਹਿਬ ਤੋਂ ਵੱਡੇ ਨੇ। ਸਤਿਗੁਰਾਂ ਨੇ ਕਿਹਾ ਭੈਣ ਜੀ ਇਹ ਤਾਂ ਠੀਕ ਨਹੀਂ, ਤੁਸੀਂ ਤੇ ਮੇਰੇ ਨਾਲੋਂ ਵੱਡੇ ਹੋ, ਸਿਰ ਤੇ ਮੈਨੂੰ ਝੁਕਾਉਣਾ ਚਾਹੀਦਾ ਹੈ। ਪਰ ਬੇਬੇ ਨਾਨਕੀ ਜੀ ਨੇ ਕਿਹਾ ਕਿ ਵੀਰ, ਤੈਨੂੰ ਮੈਂ ਵੀਰ ਕਰਕੇ ਤੇ ਜਾਣਿਆ ਨਹੀਂ, ਤੈਨੂੰ ਤੇ ਮੈਂ ਰੱਬ ਕਰਕੇ ਜਾਣਿਆ ਹੈ, ਤੈਨੂੰ ਤੇ ਮੈਂ ਗੁਰੂ ਕਰਕੇ ਜਾਣਿਆ ਹੈ। ਸੋ ਕਿਤਨਾ ਸਤਿਕਾਰ ਹੈ ਮਹਾਰਾਜ ਦੇ ਹਿਰਦੇ ਦੇ ਵਿੱਚ। ਸਤਿਗੁਰਾਂ ਨੇ ਇਸਤਰੀ ਜਾਤੀ ਦੇ ਵਾਸਤੇ ਬੜੇ ਸਨਮਾਨ ਸੂਚਕ ਸ਼ਬਦਾਂ ਦਾ ਇਸਤੇਮਾਲ ਕੀਤਾ ਹੈ। ਗੁਰਬਾਣੀ ਦੇ ਵਿੱਚ ਸ਼੍ਰੀ ਗੁਰੂ ਅੰਗਦ ਦੇਵ ਜੀ ਦੇ ਮਹਿਲ ਮਾਤਾ ਖੀਵੀ ਜੀ, ਉਹਨਾਂ ਦਾ ਜ਼ਿਕਰ ਕਰਦੇ ਨੇ ਭਾਈ ਬਲਵੰਡਾ ਤੇ ਆਪਣੀ ਵਾਰ ਦੇ ਵਿੱਚ। ਕਹਿੰਦੇ ਨੇ ਬਲਵੰਟ ਖੀਵੀ ਨੇਕ ਜਨ, ਜਿਸ ਬਹੁਤੀ ਛਾਓ ਪਤਰਾਲੀ, ਲੰਗਰ ਦੌਲਤ ਵੰਡੀਏ, ਰਸ ਅੰਮ੍ਰਿਤ ਖੀਰ ਕੇ ਆਲੀ। ਕਹਿੰਦੇ ਮਾਤਾ ਖੀਵੀ ਜੀ ਕਿਤਨੇ ਨੇਕ ਨੇ ਜਿਹੜੇ ਕਿ ਲੰਗਰ ਦੇ ਵਿੱਚ ਜਿਹੜੀ ਲੰਗਰ ਦੀ ਦੌਲਤ ਹੈ, ਆਪਣੇ ਸੰਗਤਾਂ ਵਾਸਤੇ ਕੈਸਾ ਲੰਗਰ ਤਿਆਰ ਕਰਦੇ ਨੇ।
ਲੰਗਰ ਦੇ ਵਿੱਚ ਖੀਰ ਵੀ ਪਰੋਸੀ ਜਾਂਦੀ ਹੈ, ਘਿਓ ਪਾ ਕੇ ਪਰੋਸੀ ਜਾਂਦੀ ਹੈ। ਕਿਤਨੀ ਸੇਵਾ ਕਰਦੇ ਨੇ ਲੰਗਰ ਦੇ ਵਿੱਚ ਉਹ। ਅਤੇ ਬਾਬਾ ਫਰੀਦ ਜੀ ਤੇ ਆਪ ਕਹਿੰਦੇ ਨੇ, ਆਪ ਲੀਏ ਲੜਾਏ ਦਰ ਦਰ ਵੇਸੇ, ਤਿੰਨ ਤਨ ਜਣੇ ਦੀ ਮਾਏ ਆਏ ਸਫਲ ਸੇ। ਤਿੰਨ ਤਨ ਜਣੇ ਦੀ ਮਾਂ ਆਏ ਸਫਲ ਸੇ। ਕਹਿੰਦੇ ਨੇ ਕਿ ਉਹ ਮਾਤਾ ਤਨ ਹੈ ਜਿਸ ਨੇ ਕਿ ਦਰਵੇਸ਼ਾਂ ਨੂੰ, ਫਕੀਰਾਂ ਨੂੰ ਜਨਮ ਦਿੱਤਾ ਹੈ। ਅਸੀਂ ਆਪਣੇ ਇਤਿਹਾਸ ਦੇ ਵਿੱਚੋਂ ਹੋਰ ਪੜ੍ਹਦੇ ਹਾਂ, ਬੀਬੀ ਅਮਰੋ ਜੀ ਜਿਹੜੇ ਕਿ ਮਾਤਾ ਖੀਵੀ ਜੀ ਦੀ ਸਪੁੱਤਰੀ ਨੇ ਅਤੇ ਜਿਨ੍ਹਾਂ ਦਾ ਵਿਆਹ ਸਤਿਗੁਰਾਂ ਦੇ ਗੁਰੂ ਅਮਰਦਾਸ ਜੀ ਦੇ ਭਤੀਜੇ ਦੇ ਨਾਲ ਹੋਇਆ ਹੈ। ਉਹਨਾਂ ਤੋਂ ਸ਼ਬਦ ਸੁਣ ਕੇ ਧੰਨ ਗੁਰੂ ਅਮਰਦਾਸ ਮਹਾਰਾਜ ਜਿਹੜੇ ਨੇ ਗੁਰੂ ਅੰਗਦ ਦੇਵ ਜੀ ਦੇ ਕੋਲ ਗਏ ਨੇ। ਅਤੇ ਉਸ ਤੋਂ ਬਾਅਦ ਮਾਤਾ ਭਾਨੀ ਜੀ ਜਿਹੜੇ ਕਿ ਧੰਨ ਗੁਰੂ ਅਮਰਦਾਸ ਜੀ ਦੇ ਮਹਿਲ ਨੇ ਅਤੇ ਗੁਰੂ ਅਰਜਨ ਦੇਵ ਜੀ ਦੇ ਮਾਤਾ ਜੀ ਨੇ, ਜਿਨ੍ਹਾਂ ਦਾ ਕਿਤਨਾ ਸਤਿਕਾਰ ਹੈ ਇਹ ਆਪ ਸਾਰੇ ਹੀ ਜਾਣਦੇ ਹੋ। ਮਾਤਾ ਗੰਗਾ ਜੀ ਨੇ ਗੁਰੂ ਅਰਜਨ ਦੇਵ ਜੀ ਦੇ ਮਾਤਾ ਜੀ, ਗੁਰੂ ਅਰਜਨ ਦੇਵ ਜੀ ਦੇ ਮਹਿਲ, ਮਾਤਾ ਭਾਨੀ ਜੀ ਉਹਨਾਂ ਦੇ ਮਾਤਾ ਜੀ ਨੇ। ਇਸੇ ਤਰੀਕੇ ਦੇ ਨਾਲ ਅਸੀਂ ਦੇਖਦੇ ਜਾਈਏ, ਅਖੀਰ ਵਿੱਚ ਮਾਤਾ ਗੁਜਰੀ ਜੀ ਨੇ, ਮਾਤਾ ਸਾਹਿਬ ਕੌਰ ਜੀ ਅਤੇ ਮਾਤਾ ਜੀਤੋ ਜੀ, ਜਿਤਨੇ ਵੀ ਸਤਿਗੁਰਾਂ ਦੇ ਮਹਿਲ ਹੋਏ ਨੇ, ਮਾਤਾ ਜੀ ਹੋਏ ਨੇ, ਸਾਰਿਆਂ ਦਾ ਇਤਿਹਾਸ ਦੇ ਵਿੱਚ ਜ਼ਿਕਰ ਹੈ ਅਤੇ ਸਾਰਿਆਂ ਨੂੰ ਬਹੁਤ ਉੱਚਾ ਸਥਾਨ ਦਿੱਤਾ ਗਿਆ ਹੈ ਅਤੇ ਸਾਰਿਆਂ ਦੇ ਹੀ ਸਿੱਖੀ ਦੇ ਵਿੱਚ ਬਹੁਤ ਵੱਡਾ ਯੋਗਦਾਨ ਹੈ। ਸੋ ਕਹਿਣ ਤੋਂ ਭਾਵ ਇਹ ਹੈ ਕਿ ਇਸਤਰੀ ਜਾਤੀ ਵਾਸਤੇ ਜਿੱਥੇ ਮਹਾਰਾਜ ਨੇ ਇਹ ਉਪਦੇਸ਼ ਕੀਤਾ ਹੈ ਕਿ ਇਸਤਰੀ ਜਾਤੀ ਦਾ ਸਨਮਾਨ ਕਰਨਾ ਹੈ, ਉਸ ਨੂੰ ਨੀਵਾਂ ਕਰਕੇ ਨਹੀਂ ਜਾਣਨਾ, ਉਸ ਨੂੰ ਬਰਾਬਰ ਦਾ ਦਰਜਾ ਦੇਣਾ ਹੈ। ਇਸਤਰੀ ਜਿਹੜੀ ਹੈ ਬਹੁਤ ਸਨਮਾਨਯੋਗ ਹੈ, ਕਿਉਂਕਿ ਉਸ ਦੇ ਕਰਕੇ ਹੀ ਇਸ ਸੰਸਾਰ ਦੇ ਵਿੱਚ ਸੰਤ ਮਹਾਤਮਾ ਮਹਾਂਪੁਰਖ, ਰਾਜੇ ਮਹਾਰਾਜੇ ਸਾਰੇ ਇਸ ਸੰਸਾਰ ਦੇ ਵਿੱਚ ਆ ਰਹੇ ਨੇ। ਅੱਗੇ ਮਹਾਰਾਜ ਬਖਸ਼ਿਸ਼ ਕਰ ਰਹੇ ਨੇ ਕਿ ਜਿਹੜੇ ਮੁਖ ਜਿਹੜੇ ਨੇ ਪਰਮਾਤਮਾ ਦਾ ਨਾਮ ਜਪਦੇ ਨੇ, ਹੁਣ ਉਹ ਮੁਖ ਭਾਵੇਂ ਔਰਤ ਦਾ ਹੈ, ਭਾਵੇਂ ਪੁਰਖ ਦਾ ਹੈ, ਭਾਵੇਂ ਮਰਦ ਦਾ ਹੈ। ਮਹਾਰਾਜ ਕਹਿੰਦੇ ਨੇ, ਜਿਤ ਮੁਖ ਸਦਾ ਸਲਾਹੀ ਹੈ, ਭਾਗਾਂ ਰਤੀ ਚਾਰ, ਨਾਨਕ ਤੇ ਮੁਖ ਉਜਲੇ, ਤਿਤ ਸੱਚੈ ਦਰਬਾਰ। ਕਹਿੰਦੇ ਨੇ ਉਹ ਮੁਖ ਸੋਹਣਾ ਹੈ, ਉਸ ਮੁਖ ਨੂੰ ਭਾਗ ਲੱਗੇ ਹੋਏ ਨੇ, ਉਸ ਮੁਖ ਦੀਆਂ ਵਡਿਆਈਆਂ ਨੇ। ਜਿਹੜਾ ਮੁਖੀ ਆਪਣੇ ਮੂੰਹ ਦੇ ਨਾਲ ਪਰਮਾਤਮਾ ਦਾ ਸਿਮਰਨ ਕਰਦਾ ਹੈ, ਉਸ ਨੂੰ ਯਾਦ ਕਰਦਾ ਹੈ, ਉਸ ਦੀ ਉਸਤਤ ਕਰਦਾ ਹੈ, ਉਹ ਮੁਖ ਉਜਲਾ ਹੈ। ਅਤੇ ਉਹ ਮੁਖ ਜਿਹੜਾ ਹੈ ਉਸ ਅਕਾਲ ਪੁਰਖ ਦੇ ਦਰਬਾਰ ਦੇ ਵਿੱਚ ਵੀ ਸਲਾਹੁਣਯੋਗ ਹੈ, ਉੱਥੇ ਵੀ ਉਸ ਦੀ ਸਲਾਹਤਾ ਹੁੰਦੀ ਹੈ। ਸਤਿਗੁਰਾਂ ਨੇ ਬਖਸ਼ਿਸ਼ ਕਰਕੇ ਅੱਜ ਸਾਨੂੰ ਇਹ ਉਪਦੇਸ਼ ਦਿੱਤਾ ਹੈ ਕਿ ਅਸੀਂ ਵੀ ਸਤਿਗੁਰਾਂ ਦੇ ਉਪਦੇਸ਼ ਨੂੰ ਮੰਨ ਕੇ ਇਸਤਰੀ ਜਾਤੀ ਦਾ ਉਤਨਾ ਹੀ ਸਨਮਾਨ ਕਰੀਏ ਜਿਸ ਦੇ ਕਿ ਉਹ ਯੋਗ ਹੈ। ਅੱਗੇ ਮਹਾਰਾਜ ਪੌੜੀ ਦੇ ਵਿੱਚ ਬਖਸ਼ਿਸ਼ ਕਰ ਰਹੇ ਨੇ, ਸਭ ਕੋ ਆਖੈ ਆਪਣਾ, ਜਿਸ ਨਾਹੀ ਸੋ ਚੁਨ ਕੱਢੀਐ। ਇੱਥੇ ਸਤਿਗੁਰਾਂ ਨੇ ਜੋ ਉਪਦੇਸ਼ ਦਿੱਤਾ ਹੈ, ਸਭ ਕੋ ਆਖੇ ਆਪਣਾ, ਜਿਸ ਨਾਹੀ ਸੋ ਚੁਨ ਕੱਢੀਐ। ਇਸ ਪੰਕਤੀ ਦੇ ਵਿਦਵਾਨਾਂ ਨੇ ਵੱਖਰੇ ਵੱਖਰੇ ਅਰਥ ਕੀਤੇ ਨੇ। ਭਾਈ ਸਾਹਿਬ ਭਾਈ ਵੀਰ ਸਿੰਘ ਜੀ ਇਸ ਦੇ ਅਰਥ ਕਰਦੇ ਨੇ ਕਿ ਹਰ ਕੋਈ ਪਰਮਾਤਮਾ ਨੂੰ ਆਪਣਾ ਕਹਿੰਦਾ ਹੈ, ਪਰ ਠੀਕ ਹੈ ਵੀ, ਕਿਉਂਕਿ ਪਰਮਾਤਮਾ ਤਾਂ ਸਾਰਿਆਂ ਦਾ ਹੈ। ਕਹਿੰਦੇ ਨੇ ਕੋਈ ਇਹੋ ਜਿਹਾ ਮਨੁੱਖ ਦਿਖਾ ਦਿਓ, ਉਸ ਨੂੰ ਚੁਣ ਕੇ ਵੱਖਰਾ ਕਰ ਦਿਓ ਜਿਸ ਦਾ ਪਰਮਾਤਮਾ ਨਹੀਂ ਹੈ, ਕਿਉਂਕਿ ਅਕਾਲ ਪੁਰਖ ਉਸੇ ਦਾ, ਅਕਾਲ ਪੁਰਖ ਨੇ ਸਾਰਿਆਂ ਨੂੰ ਪੈਦਾ ਕੀਤਾ ਹੈ, ਸਾਰਿਆਂ ਨੂੰ ਰਿਜ਼ਕ ਦੇ ਰਿਹਾ ਹੈ, ਇਸ ਕਰਕੇ ਉਹ ਸਾਰਿਆਂ ਦਾ ਹੈ। ਕੁਝ ਵਿਦਵਾਨਾਂ ਨੇ ਇਹ ਵੀ ਅਰਥ ਕੀਤੇ ਨੇ ਕਿ ਹਰ ਕੋਈ ਮਮਤਾ ਦੇ ਵਿੱਚ ਘਿਰਿਆ ਹੋਇਆ ਸਭ ਨੂੰ ਆਪਣਾ ਆਖਦਾ ਹੈ, ਕੋਈ ਵੀ ਐਸਾ ਨਹੀਂ ਜਿਹੜਾ ਮਮਤਾ ਤੋਂ ਬਾਹਰ ਹੋਵੇ। ਪਰ ਜਿਹੜੇ ਅਰਥ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਨੇ ਕੀਤੇ ਨੇ ਜ਼ਿਆਦਾ ਢੁਕਵੇਂ ਨੇ, ਕਿਉਂਕਿ ਮਹਾਰਾਜ ਅੱਗੇ ਬਖਸ਼ਿਸ਼ ਕਰਕੇ ਕਹਿ ਰਹੇ ਨੇ, ਕੀਤਾ ਆਪੋ ਆਪਣਾ, ਆਪੇ ਹੀ ਲੇਖਾ ਸੰਡੀਐ। ਕਹਿੰਦੇ ਨੇ ਪਰਮਾਤਮਾ ਹੈ ਤੇ ਸਾਡਾ ਆਪਣਾ, ਪਰ ਉੱਥੇ ਜੋ ਕੁਝ ਵੀ ਵਿਚਾਰ ਹੁੰਦਾ ਹੈ, ਜੋ ਕੁਝ ਵੀ ਸਾਨੂੰ ਪ੍ਰਾਪਤ ਹੁੰਦਾ ਹੈ, ਉਹ ਆਪਣੇ ਕਰਮਾਂ ਦੇ ਅਨੁਸਾਰ ਹੀ ਹੁੰਦਾ ਹੈ। ਉੱਥੇ ਇਹ ਨਹੀਂ ਕਿ ਆਪਣਾ ਹੋਣ ਦੇ ਕਰਕੇ ਸਾਨੂੰ ਕੋਈ ਰਿਆਇਤ ਮਿਲ ਜਾਏਗੀ, ਸਾਨੂੰ ਕੋਈ ਛੂਟ ਮਿਲ ਜਾਏਗੀ।
ਮਹਾਰਾਜ ਕਹਿੰਦੇ ਨੇ ਜਿਹੋ ਜਿਹੇ ਕਰਮ ਅਸੀਂ ਇੱਥੇ ਕਰਦੇ ਹਾਂ ਉਹੋ ਜਿਹੇ ਕਰਮਾਂ ਦੇ ਅਨੁਸਾਰ ਹੀ ਸਾਡਾ ਲੇਖਾ ਜਿਹੜਾ ਹੈ ਉਹ ਸਾਨੂੰ ਭਰਨਾ ਪੈਂਦਾ ਹੈ। ਸੰਡੀਆ ਦਾ ਅਰਥ ਹੈ ਭਰਨਾ, ਉਸ ਤੋਂ ਕੋਈ ਬਚ ਨਹੀਂ ਸਕਦਾ। ਫਿਰ ਮਹਾਰਾਜ ਬਖਸ਼ਿਸ਼ ਕਰ ਰਹੇ ਨੇ, ਜਾ ਰਹਿਣਾ ਨਾਹੀ ਐਤ ਜਗ ਤਾਂ ਕਾਇਤ ਗਾਰਬ ਹੰਡੀਐ। ਕਹਿੰਦੇ ਨੇ ਜਦੋਂ ਇਸ ਸੰਸਾਰ ਦੇ ਵਿੱਚ ਰਹਿਣਾ ਹੀ ਨਹੀਂ, ਪਤਾ ਸਾਰਿਆਂ ਨੂੰ ਹੈ ਇਸ ਗੱਲ ਦਾ, ਪਰ ਲੋਕੀ ਇਸ ਗੱਲ ਨੂੰ ਸਮਝਣਾ ਨਹੀਂ ਚਾਹੁੰਦੇ। ਕਹਿੰਦੇ ਜਿਹਨੇ ਰਹਿਣਾ ਹੀ ਨਹੀਂ ਇਸ ਸੰਸਾਰ ਦੇ ਵਿੱਚ, ਫਿਰ ਕਿਸ ਗੱਲ ਦਾ ਗੁਮਾਨ ਕਰਨਾ ਹੈ, ਕਿਉਂ ਹੰਕਾਰ ਦੇ ਵਿੱਚ ਆਪਣੇ ਆਪ ਨੂੰ ਖਪਾਣਾ ਹੈ। ਹੁਣ ਇਹ ਦੇਖੋ, ਮਹਾਰਾਜ ਤੇ ਬਖਸ਼ਿਸ਼ ਕਰਕੇ ਸਾਨੂੰ ਰੋਜ਼ ਯਾਦ ਕਰਾਉਂਦੇ ਨੇ ਕਿ ਇਹ ਸੰਸਾਰ ਜਿਹੜਾ ਹੈ ਇਸਨੇ ਸਾਰੇ ਨੇ ਤੁਰ ਜਾਣਾ ਹੈ। ਅੱਖਾਂ ਦੇ ਸਾਹਮਣੇ ਦੁਨੀਆ ਜਾ ਰਹੀ ਹੈ, ਪਰ ਫਿਰ ਵੀ ਅਸੀਂ ਇਸ ਗੱਲ ਨੂੰ ਮੰਨਣ ਨੂੰ ਤਿਆਰ ਨਹੀਂ। ਬਾਬਾ ਫਰੀਦ ਜੀ ਤੇ ਕਹਿੰਦੇ ਨੇ, ਫਰੀਦਾ ਕਿੱਥੇ ਤੈਡੇ ਮਾਪਿਆ ਜਿੰਨੀ ਤੂੰ ਜਣਿਓ, ਤੈ ਪਾਸੇ ਉਹ ਲੱਦ ਗਏ ਤੂੰ ਅਜੇ ਨਾ ਪਤੀ ਨੋ। ਕਹਿੰਦਾ ਤੇਰੇ ਮਾਂ ਪਿਓ ਜਿਨ੍ਹਾਂ ਨੇ ਤੈਨੂੰ ਜਨਮ ਦਿੱਤਾ, ਜਿਨ੍ਹਾਂ ਦੇ ਕਰਕੇ ਤੂੰ ਇਸ ਸੰਸਾਰ ਵਿੱਚ ਆਇਆ, ਉਹ ਕਿੱਥੇ ਨੇ। ਅਤੇ ਹੁੰਦਾ ਹੀ ਹੈ ਕੁਝ ਸਮੇਂ ਦੇ ਪਛਾਤ ਮਾਂ ਪਿਓ ਸਾਰਿਆਂ ਦੇ ਹੀ ਚਲੇ ਜਾਂਦੇ ਨੇ, ਪਰ ਮਨੁੱਖ ਫਿਰ ਬੜੀ ਛੇਤੀ ਭੁੱਲ ਵੀ ਜਾਂਦਾ ਹੈ। ਉਸ ਨੂੰ ਯਾਦ ਹੀ ਨਹੀਂ ਰਹਿੰਦਾ ਕਿ ਹੁਣ ਆਉਣ ਵਾਲੇ ਸਮੇਂ ਵਿੱਚ ਮੇਰਾ ਵੀ ਨੰਬਰ ਲੱਗ ਸਕਦਾ ਹੈ। ਮੌਤ ਨੂੰ ਇਨਸਾਨ ਭੁੱਲ ਜਾਂਦਾ ਹੈ, ਪਰ ਮੌਤ ਨੂੰ ਭੁੱਲਣ ਦੇ ਨਾਲ ਹੀ ਪਰਮਾਤਮਾ ਨੂੰ ਵੀ ਮਨੁੱਖ ਭੁੱਲ ਜਾਂਦਾ ਹੈ। ਕਿਉਂਕਿ ਮਹਾਰਾਜ ਤੇ ਕਹਿੰਦੇ ਨੇ ਜਿਨ੍ਹਾਂ ਨੂੰ ਸਮਝ ਲੱਗ ਗਈ ਕਿ ਇੱਥੋਂ ਇੱਕ ਦਿਨ ਜਾਣਾ ਹੈ, ਉਹ ਫਿਰ ਬਹੁਤਾ ਪਸਾਰਾ ਵੀ ਨਹੀਂ ਪਸਾਰਦੇ, ਬਹੁਤਾ ਫੈਲਾਅ ਵੀ ਨਹੀਂ ਕਰਦੇ। ਜਿੰਨੀ ਚੱਲਣ ਜਾਣਿਆ ਸੋ ਕਿਉ ਕਰੇ ਵਿਥਾਰ। ਉਹ ਤੇ ਫਿਰ ਆਪਣਾ ਸਮਾਂ ਜਿਹੜਾ ਹੈ ਹਿਸਾਬ ਨਾਲ ਹੀ ਜਿਉਂਦੇ ਨੇ। ਕਿਹੜਾ ਕੰਮ ਜ਼ਰੂਰੀ ਹੈ ਪਹਿਲਾਂ ਕਰਨਾ ਹੈ, ਉਸ ਨੂੰ ਯਾਦ ਰੱਖਦੇ ਨੇ। ਪਰ ਸੰਸਾਰ ਵਿੱਚ ਹੋ ਇਸ ਤੋਂ ਉਲਟ ਰਿਹਾ ਹੈ। ਇੱਥੇ ਅਸੀਂ ਵੇਖਦੇ ਹਾਂ ਮਨੁੱਖ ਪਸਾਰਾ ਫੈਲਾਈ ਜਾਂਦਾ ਹੈ ਅਤੇ ਉਹਨੂੰ ਇਉਂ ਜਾਪਦਾ ਹੈ ਜਿਵੇਂ ਕਿ ਮੈਂ ਹਮੇਸ਼ਾ ਇੱਥੇ ਰਹਿਣਾ ਹੈ। ਕਿਤਨੀ ਮਾਇਆ ਆ ਜਾਏ ਉਹ ਥੋੜੀ ਹੈ, ਕਿਤਨੇ ਪਦਾਰਥ ਆ ਜਾਣ ਉਹ ਥੋੜੇ ਨੇ, ਕਿਤਨੇ ਸੰਬੰਧ ਬਣ ਜਾਣ ਉਹ ਥੋੜੇ ਨੇ। ਪਰ ਪਤਾ ਉਸ ਵੇਲੇ ਲੱਗਦਾ ਹੈ ਜਦੋਂ ਸਮਾਂ ਆ ਜਾਂਦਾ ਹੈ ਜਾਣ ਦਾ। ਮਹਾਰਾਜ ਤੇ ਕਹਿੰਦੇ ਨੇ ਜਿਹੜੇ ਯਾਦ ਹੀ ਨਹੀਂ ਕਰਦੇ ਉਸ ਅਕਾਲ ਪੁਰਖ ਨੂੰ ਆਪਣੇ ਜਨਮ ਦੇ ਵਿੱਚ, ਐਵੇਂ ਹੀ ਜਨਮ ਗਵਾ ਕੇ ਚਲੇ ਜਾਂਦੇ ਨੇ। ਉਹਨਾਂ ਦੇ ਹੱਥ ਪੱਲੇ ਕੁਝ ਨਹੀਂ ਲੱਗਦਾ ਅਤੇ ਸਾਰਾ ਜਨਮ ਉਹਨਾਂ ਦਾ ਬਿਰਥਾ ਹੀ ਬੀਤ ਜਾਂਦਾ ਹੈ। ਸਤਿਗੁਰੂ ਜੀ ਬਖਸ਼ਿਸ਼ ਕਰਕੇ ਰੋਜ਼ ਸਾਨੂੰ ਬਾਣੀ ਵਿੱਚ ਯਾਦ ਕਰਾਉਂਦੇ ਨੇ ਕਿ ਅਸੀਂ ਉਸ ਅਕਾਲ ਪੁਰਖ ਨੂੰ ਚੇਤੇ ਕਰੀਏ, ਉਸ ਦਾ ਸਿਮਰਨ ਕਰੀਏ, ਉਸ ਨੂੰ ਯਾਦ ਕਰੀਏ ਜਿਹੜਾ ਕਿ ਸਾਨੂੰ ਸਾਰੀਆਂ ਦਾਤਾਂ ਦੇ ਰਿਹਾ ਹੈ, ਜਿਸ ਦੇ ਕਰਕੇ ਕਿ ਸਾਰਾ ਕੁਝ ਸਾਨੂੰ ਸੰਸਾਰ ਦੇ ਵਿੱਚ ਮਿਲ ਰਿਹਾ ਹੈ। ਅਤੇ ਜੇ ਅਸੀਂ ਉਸ ਨੂੰ ਯਾਦ ਰੱਖਾਂਗੇ ਫਿਰ ਸਾਨੂੰ ਚੱਲਣ ਲੱਗਿਆਂ ਕੋਈ ਔਖਾ ਵੀ ਨਹੀਂ ਹੋਏਗਾ, ਕੋਈ ਦੁੱਖ ਵੀ ਨਹੀਂ ਹੋਏਗਾ। ਕਿਉਂਕਿ ਜਿਹੜੇ ਉਸ ਨਾਲ ਜੁੜ ਜਾਂਦੇ ਨੇ ਉਹਨਾਂ ਨੂੰ ਫਿਰ ਮੌਤ ਤੋਂ ਡਰ ਵੀ ਨਹੀਂ ਲੱਗਦਾ। ਉਹ ਤੇ ਫਿਰ ਉਸ ਨਿਰਭੈ ਹੋ ਜਾਂਦੇ ਨੇ। ਨਿਰਭਉ ਜਪੈ ਸਗਲ ਭਉ ਮਿਟੈ। ਜਿਹੜੇ ਨਿਰਭਉ ਹੋ ਜਾਂਦੇ ਨੇ ਉਹ ਤੇ ਕਹਿੰਦੇ ਨੇ ਕਿ ਹੁਣ ਮਰਨਾ ਹੈ, ਆਖਰੀ ਸਮਾਂ ਹੈ, ਉਸ ਅਕਾਲ ਪੁਰਖ ਨੂੰ ਮਿਲਣਾ ਹੈ ਜਾ ਕੇ। ਉਹ ਤੇ ਕਹਿੰਦੇ ਨੇ ਇਹ ਤੇ ਆਨੰਦ ਦੀ ਗੱਲ ਹੈ। ਬਾਬਾ ਕਬੀਰ ਜੀ ਤੇ ਕਹਿੰਦੇ ਨੇ ਨਾ ਕਿ ਸਾਰਾ ਸੰਸਾਰ ਡਰਦਾ ਹੈ ਮਰਨ ਤੋਂ, ਪਰ ਮੈਂ ਤੇ ਨਹੀਂ ਡਰਦਾ। ਸਭ ਮਹਾਰਾਜ ਕਹਿੰਦੇ ਨੇ ਕਿ ਮਰਤਾ ਮਰਤਾ ਜਗ ਮੁਆ ਮਰ ਵੀ ਨਾ ਜਾਣੇ ਕੋਏ। ਮਰਤੇ ਸਾਰੇ ਰਹੇ ਨੇ, ਪਰ ਜਿਹੜੇ ਉਸ ਅਕਾਲ ਪੁਰਖ ਨੂੰ ਯਾਦ ਕਰਕੇ ਮਰਦੇ ਨੇ, ਅਸਲ ਦੇ ਵਿੱਚ ਮਰਨਾ ਤੇ ਉਹ ਹੈ। ਬਾਬਾ ਕਬੀਰ ਜੀ ਤੇ ਕਹਿੰਦੇ ਨੇ ਜਿਸ ਮਰਨੇ ਤੇ ਜਗ ਡਰੈ ਮੇਰੇ ਮਨ ਆਨੰਦ, ਮਰਨੇ ਹੀ ਤੇ ਪਾਈਏ ਪੂਰਨ ਪਰਮਾਨੰਦ। ਉਹਨਾਂ ਵਾਸਤੇ ਮੌਤ ਜਿਹੜੀ ਹੈ ਡਰ ਨਹੀਂ ਹੈ, ਉਹਨਾਂ ਵਾਸਤੇ ਮੌਤ ਤੇ ਮਿਲਾਵੇ ਦਾ ਸੰਦੇਸ਼ ਹੈ। ਸੋ ਆਓ ਸਤਿਗੁਰੂ ਜੋ ਬਖਸ਼ਿਸ਼ ਕਰ ਰਹੇ ਨੇ, ਅਖੀਰ ਦੇ ਵਿੱਚ ਮਹਾਰਾਜ ਕਹਿੰਦੇ ਨੇ ਕਿ ਮੰਦਾ ਕਿਸੇ ਨਾ ਆਖੀਐ ਪੜ ਅੱਖਰ ਇਹੋ ਬੁੱਝੀਏ। ਕਹਿੰਦੇ ਨੇ ਸੰਸਾਰ ਵਿੱਚ ਰਹਿੰਦਿਆਂ ਹੋਇਆਂ ਜੇ ਕੁਝ ਗਿਆਨ ਪ੍ਰਾਪਤ ਕਰ ਰਹੇ ਹਾਂ, ਕੁਝ ਪੜ੍ਹ ਲਿਆ ਅਸੀਂ, ਤੇ ਕਿਸੇ ਨੂੰ ਬੁਰਾ ਨਾ ਆਖੀਏ, ਕਿਸੇ ਨੂੰ ਨੀਵਾਂ ਵਿਖਾਉਣ ਦੀ ਕੋਸ਼ਿਸ਼ ਨਾ ਕਰੀਏ। ਕੋਈ ਦੂਜੇ ਧਰਮ ਦਾ ਬੰਦਾ ਹੈ ਉਸ ਨੂੰ ਨੀਵਾਂ ਦਿਖਾਉਣ ਦਾ ਯਤਨ ਨਾ ਕਰੀਏ। ਅਤੇ ਮਹਾਰਾਜ ਨੇ ਫਿਰ ਇੱਕ ਗੱਲ ਹੋਰ ਕਹਿ ਦਿੱਤੀ, ਮੂਰਖ ਹੈ ਨਾਲ ਨਾ ਲੁੱਝੀਏ। ਕਹਿੰਦੇ ਨੇ ਜਿਹੜੇ ਕਿ ਆਪਣੇ ਆਪ ਨੂੰ ਬਹੁਤ ਸਿਆਣੇ ਬਣਦੇ ਨੇ, ਜਿਹੜੇ ਕਿ ਧਰਮ ਦੇ ਨਾਂ 'ਤੇ ਬਹਿਸ ਕਰਦੇ ਨੇ, ਚਰਚਾ ਕਰਦੇ ਨੇ, ਜਿਨ੍ਹਾਂ ਦੇ ਹਿਰਦੇ ਵਿੱਚ ਅਹੰਕਾਰ ਹੈ,
ਮਹਾਰਾਜ ਕਹਿੰਦੇ ਉਹਨਾਂ ਨਾਲ ਲੁੱਝਣ ਦੀ ਲੋੜ ਨਹੀਂ, ਝਗੜਾ ਕਰਨ ਦੀ ਲੋੜ ਨਹੀਂ, ਉਹਨਾਂ ਨਾਲ ਆਪਣਾ ਸਿਰ ਕਪਾਉਣ ਦੀ ਲੋੜ ਨਹੀਂ, ਕਿਉਂਕਿ ਉੱਥੋਂ ਕੁਝ ਨਹੀਂ ਲੱਭਣਾ। ਹੁਣ ਮਹਾਰਾਜ ਇਹ ਮੂਰਖ ਕਿਹੜੇ ਨੇ? ਮਹਾਰਾਜ ਕਹਿੰਦੇ ਨੇ ਮੂਰਖ ਤੇ ਉਹ ਹੈ, ਸਭ ਤੋਂ ਵੱਡਾ ਮੂਰਖ ਹੋਵੇ ਜਿਹੜਾ ਕਿ ਪਰਮਾਤਮਾ ਨੂੰ ਨਹੀਂ ਮੰਨਦਾ। ਮੂਰਖਾਂ ਸਿਰ ਮੂਰਖ ਹੈ ਜੇ ਮੰਨੇ ਨਾਹੀ ਨਾਉ। ਇਹੋ ਜਿਹੇ ਲੋਕ ਬਹੁਤ ਨੇ ਦੁਨੀਆ ਦੇ ਵਿੱਚ ਜਿਹੜੇ ਕਿ ਕਹਿੰਦੇ ਨੇ ਕੋਈ ਪਰਮਾਤਮਾ ਨਹੀਂ ਹੈ, ਕੁਝ ਨਹੀਂ ਹੈ, ਜੋ ਕੁਝ ਹੈ ਸਭ ਇੱਥੇ ਹੈ। ਮਹਾਰਾਜ ਨੇ ਉਹਨਾਂ ਨੂੰ ਮੂਰਖਾਂ ਸਿਰ ਮੂਰਖ ਆਖਿਆ ਹੈ। ਅਤੇ ਫਿਰ ਮਹਾਰਾਜ ਕਹਿੰਦੇ ਨੇ ਹੋਰ ਕੀ ਲੱਛਣ ਨੇ ਮੂਰਖਾਂ ਦੇ? ਮੂਰਖ ਕੇ ਕਿਆ ਲੱਛਣ ਹੈ, ਕਿਆ ਮੂਰਖ ਕਾ ਕਰਨਾ, ਮੂਰਖ ਉਹ ਜੀ ਮੁਗਧ ਹੈ ਅਹੰਕਾਰੇ ਮਰਨਾ। ਅਤੇ ਮਹਾਰਾਜ ਕਹਿੰਦੇ ਨੇ ਕਿ ਜਿਹੜਾ ਮਨੁੱਖ ਹੰਕਾਰ ਵਿੱਚ ਰਹਿੰਦਾ ਹੈ, ਭਾਵੇਂ ਪੜ੍ਹਿਆ ਲਿਖਿਆ ਹੈ, ਪਰ ਜੇ ਉਸ ਨੂੰ ਹੰਕਾਰ ਹੈ ਤੇ ਮੂਰਖ ਹੈ। ਪੜ੍ਹਿਆ ਮੂਰਖ ਆ ਗਈ ਹੈ, ਜਿਤ ਲਭ ਲੋਭ ਹੰਕਾਰਾ। ਜਿਹੜਾ ਪੜ੍ਹਿਆ ਹੋਇਆ ਹੰਕਾਰ ਵਿੱਚ ਹੈ, ਮਹਾਰਾਜ ਕਹਿੰਦੇ ਨੇ ਉਹ ਵੱਡਾ ਮੂਰਖ ਹੈ। ਐਸੇ ਮੂਰਖਾਂ ਤੋਂ ਸਾਨੂੰ ਬਚ ਕੇ ਰਹਿਣਾ ਚਾਹੀਦਾ ਹੈ। ਉਹਨਾਂ ਨਾਲ ਝਗੜਨ ਦਾ ਕੋਈ ਫਾਇਦਾ ਨਹੀਂ, ਉਹਨਾਂ ਤੋਂ ਦੂਰ ਹੀ ਰਹਿਣਾ ਚਾਹੀਦਾ ਹੈ। ਇਹ ਗਿਆਨ ਸਤਿਗੁਰਾਂ ਨੇ ਸਾਨੂੰ ਦੱਸਿਆ ਹੈ। ਬਖਸ਼ਿਸ਼ ਕਰਕੇ ਮਹਾਰਾਜ ਸਾਨੂੰ ਰੋਜ਼ ਨਵੀਂ ਸਿੱਖਿਆ ਦਿੰਦੇ ਨੇ, ਨਵਾਂ ਗਿਆਨ ਦਿੰਦੇ ਨੇ, ਜਿਹੜੇ ਕਿ ਸਾਨੂੰ ਆਪਣੇ ਜੀਵਨ ਦੇ ਵਿੱਚ ਢਾਲਣੇ ਚਾਹੀਦੇ ਨੇ। ਗੁਰਬਾਣੀ ਦਾ ਗਿਆਨ ਜਿਹੜਾ ਹੈ ਇਹ ਸੁਣਨ ਵਾਸਤੇ ਨਹੀਂ ਹੈ, ਇਸ ਨੂੰ ਆਪਣੇ ਜੀਵਨ ਦੇ ਵਿੱਚ ਲਾਗੂ ਕਰਨ ਵਾਸਤੇ ਵੀ ਹੈ। ਅਸੀਂ ਗੁਰਬਾਣੀ ਨੂੰ ਪੜ੍ਹ ਕੇ, ਸੁਣ ਕੇ, ਵਿਚਾਰ ਕਰਕੇ ਉਸ ਨੂੰ ਯਾਦ ਰੱਖੀਏ। ਜੋ ਕੁਝ ਇੱਥੇ ਸੁਣਿਆ ਹੈ ਉਸ ਨੂੰ ਬਾਹਰ ਜਾਂਦਿਆਂ ਵਿਸਾਰ ਨਾ ਦੇਈਏ। ਯਤਨ ਕਰੀਏ ਗੁਰੂ ਦਾ ਉਪਦੇਸ਼ ਜਿਹੜਾ ਹੈ ਹਿਰਦੇ ਵਿੱਚ ਵਸ ਜਾਏ, ਜਿਸ ਦੇ ਨਾਲ ਕਿ ਸਾਡੇ ਜੀਵਨ ਦੇ ਵਿੱਚ ਅਸੀਂ ਸਤਿਗੁਰਾਂ ਦੇ ਉਪਦੇਸ਼ ਨੂੰ ਲੈ ਕੇ ਆਪਣੇ ਜੀਵਨ ਨੂੰ ਨਿਰਮਲ ਕਰ ਸਕੀਏ। ਸਤਿਗੁਰਾਂ ਦੇ ਜਿਹੜੇ ਗੁਣ ਨੇ ਉਹਨਾਂ ਨੂੰ ਧਾਰਨ ਕਰ ਸਕੀਏ, ਤਾਂ ਕਿ ਅਸੀਂ ਵੀ ਆਪਣਾ ਮੁੱਖ ਉਜਲਾ ਲੈ ਕੇ ਉਸ ਅਕਾਲ ਪੁਰਖ ਦੇ ਦਰਬਾਰ ਵਿੱਚ ਜਾਈਏ, ਜਿੱਥੇ ਜਾ ਕੇ ਸਾਡੀ ਸੋਭਾ ਹੋਵੇ। ਸਾਨੂੰ ਉੱਥੇ ਆਪਣੇ ਲੇਖੇ ਦੇ ਕਾਰਨ ਨੀਵਾਂ ਨਾ ਹੋਣਾ ਪਵੇ, ਆਪਣੇ ਲੇਖੇ ਦੇ ਕਾਰਨ ਸਾਨੂੰ ਜਨਮ ਮਰਨ ਦੇ ਚੱਕਰਾਂ ਵਿੱਚ ਨਾ ਪੈਣਾ ਪਵੇ। ਸਤਿਗੁਰ ਬਖਸ਼ਿਸ਼ ਕਰਨ, ਕਿਰਪਾ ਕਰਨ, ਸਾਰਿਆਂ ਦੇ ਘਰਾਂ ਵਿੱਚ ਬਾਣੀ ਦੇ ਨਾਮ ਦਾ ਪ੍ਰਕਾਸ਼ ਕਰਨ, ਸਾਰਿਆਂ ਦੇ ਸਿਰ ਦੇ ਉੱਤੇ ਮਿਹਰ ਭਰਿਆ ਹੱਥ ਰੱਖਣ, ਸਾਰਿਆਂ ਨੂੰ ਗੁਰੂ ਘਰ ਨਾਲ ਜੋੜਨ, ਸਤਸੰਗ ਦੀ ਦਾਤ ਬਖਸ਼ਣ। ਬੇਅੰਤ ਭੁੱਲਾਂ ਗਲਤੀਆਂ ਦੀ ਖਿਮਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।